ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜਮਾਤ 12ਵੀਂ ਵਿਸ਼ਾ ਪੰਜਾਬੀ ਸਾਹਿत्य ਦੇ ਰੂਪ ਦੇ ਵਿੱਚੋਂ ਆਪਾਂ ਪੜਾਂਗੇ ਅੱਜ ਵਿਲੱਖਣ ਸਾਹਿत्य ਰੂਪ ਨਾਟਕ। ਮੈਂ ਕੁਲਦੀਪ ਸਿੰਘ। ਆਓ ਸ਼ੁਰੂ ਕਰੀਏ ਨਾਟਕ ਦੇ ਅਰਥ ਪਰਿਭਾਸ਼ਾ ਤੇ ਤੱਤ। ਸਭ ਤੋਂ ਪਹਿਲਾਂ ਆਪਾਂ ਇੱਕ ਨਾਟਕ ਦੀ ਝਲਕੀ ਦੇਖਦੇ ਹਾਂ ਤਾਂ ਕਿ ਆਪਣੇ ਦਿਮਾਗ ਵਿੱਚ ਥੋੜੀ ਜਿਹੀ ਪਿਕਚਰ ਹੈ ਉਹ ਕਲੀਅਰ ਹੋ ਸਕੇ। ਆਪਾਂ ਆ ਝਲਕੀ ਦੇਖੀ ਸੀ ਕਣਕ ਦੀ ਬੱਲੀ ਨਾਟਕ ਦੀ। ਸਭ ਤੋਂ ਪਹਿਲਾਂ ਨਾਟਕ ਦਾ ਅਰਥ। ਨਾਟਕ ਸ਼ਬਦ ਕਿੱਦਾਂ ਬਣਿਆ? ਨਾਟਕ ਸੰਸਕ੍ਰਿਤ ਦੇ ਨਟ ਜਾਂ ਨਾਟ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਨਾਚ। ਧੀਰੇ ਧੀਰੇ ਵਕਤ ਦੇ ਅਨੁਸਾਰ ਇਸ ਨੂੰ ਨਕਲ ਜਾਂ ਅਨੁਕਰਨ ਦੇ ਰੂਪ ਦੇ ਵਿੱਚ ਲੈਣ ਲੱਗ ਪਏ। ਹੋਰ ਅੰਗਰੇਜ਼ੀ ਵਿੱਚ ਇਸ ਦੇ ਲਈ ਡਰਾਮਾ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਜੋ ਯੂਨਾਨੀ ਸ਼ਬਦ ਡਰਾਓ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਕੁਝ ਕਰਕੇ ਵਿਖਾਉਣਾ। ਨਾਟਕ ਦੇ ਵਿੱਚ ਜੀਵਨ ਸੰਬੰਧੀ ਕਾਰਜਾਂ ਦੀ ਨਕਲ ਹੁੰਦੀ ਹੈ। ਜੀਵਨ ਦੇ ਵਿੱਚ ਜਿਹੜੀਆਂ ਵੀ ਕਾਰਜ ਘਟਨਾਵਾਂ ਵਾਪਰਦੀਆਂ ਨੇ ਉਹਦੀ ਨਕਲ ਹੈ ਜੋ ਨਾਟਕ ਦੇ ਵਿੱਚ ਦਿਖਾਈ ਜਾਂਦੀ ਹੈ। ਅਰਸਤੂ ਨੇ ਨਾਟਕ ਕਾਵਿ ਦਾ ਉਹ ਰੂਪ ਹੈ ਜਿਸ ਵਿੱਚ ਪਾਤਰ ਜਿਉਂਦੇ ਜਾਗਦੇ ਤੁਰਦੇ ਫਿਰਦੇ ਪੇਸ਼ ਕੀਤੇ ਜਾਂਦੇ ਹਨ। ਹੋਰ ਭਰਤ ਮੁਨੀ ਦੇ ਵਿਚਾਰ ਸਨ ਨਾਟਕ ਲੋਕਾਂ ਦੀਆਂ ਬਿਰਤੀਆਂ ਤੇ ਸੰਸਕਾਰਾਂ ਭਾਵ ਮਨੁੱਖ ਦੇ ਵਿਵਹਾਰਾਂ ਦਾ ਅਨੁਕਰਨ ਭਾਵ ਨਕਲ ਹੈ। ਨਿਚੋੜ ਰੂਪ ਦੇ ਵਿੱਚ ਆਪਾਂ ਆਖ ਸਕਦੇ ਹਾਂ ਕਿ ਨਾਟਕ ਹੈ ਜੋ ਜੀਵਨ ਨੂੰ ਆਲੋਚਨਾਤਮਕ ਦ੍ਰਿਸ਼ਟੀ ਤੋਂ ਬਿਆਨਦਾ ਹੋਇਆ ਲੇਖਕ ਨਿਰਦੇਸ਼ਕ ਅਦਾਕਾਰ ਦੀ ਅਦਾਕਾਰੀ ਅਤੇ ਰੰਗਮੰਚ ਰਾਹੀਂ ਪਾਠਕ ਜਾਂ ਦਰਸ਼ਕ ਤੱਕ ਪਹੁੰਚਦਾ ਹੈ। ਬੱਚਿਆਂ ਨੇ ਵੀ ਨਾਟਕ ਦੇਖੇ ਹੋਣਗੇ ਔਰ ਇੱਕ ਨਾਟਕ ਦੀ ਝਲਕੀ ਵੀ ਤੁਹਾਨੂੰ ਦਿਖਾਈ ਹੈ। ਇਸ ਵਿੱਚ ਜੀਵਨ ਵਿੱਚ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਜੋ ਵੀ ਘਟਨਾ ਜੀਵਨ ਦੇ ਵਿੱਚ ਵਾਪਰਦੀਆਂ ਹੈ ਉਹਦੀ ਜਿਹੜੀ ਨਕਲ ਹੈ ਉਹ ਨਾਟਕ ਦੇ ਵਿੱਚ ਦਰਸਾਈ ਜਾਂਦੀ ਹੈ। ਪਰਿਭਾਸ਼ਾ ਨਾਟਕ ਦੀਆਂ ਝਲਕੀਆਂ ਜਾਂ ਨਾਟਕ ਨੂੰ ਆਪਣੇ ਦਿਮਾਗ ਵਿੱਚ ਰੱਖਦੇ ਹੋਏ ਆਪਣੇ ਸਾਹਮਣੇ ਕੁਝ ਤੱਤ ਉੱਭਰ ਕੇ ਸਾਹਮਣੇ ਆਉਣਗੇ। ਜਿੱਦਾਂ ਕਿ ਹਰ ਇੱਕ ਨਾਟਕ ਦੀ ਕਹਾਣੀ ਹੁੰਦੀ ਹੈ ਤਰਤੀਬਵਾਰ ਕਹਾਣੀ ਨੂੰ ਪੇਸ਼ ਕੀਤਾ ਜਾਂਦਾ ਹੈ ਜਿਸ ਨੂੰ ਕਿ ਪਲਾਟ ਆਖਦੇ ਆ। ਤਾਂ ਪਹਿਲਾ ਤੱਤ ਹੋ ਗਿਆ ਪਲਾਟ। ਆਪਾਂ ਨਾਟਕ ਵੇਖਿਆ ਤੇ ਉਸ ਵਿੱਚ ਰੰਗਮੰਚ ਉੱਤੇ ਕਈ ਪਾਤਰ ਵਿਖਾਏ ਹੋਏ ਸਨ। ਤਾਂ ਦੂਜਾ ਤੱਤ ਹੋ ਗਿਆ ਪਾਤਰ। ਹੋਰ ਪਾਤਰ ਹੈ ਜੋ ਆਪਸ ਵਿੱਚ ਵਾਰਤਾਲਾਪ ਕਰ ਰਹੇ ਸੀ ਭਾਸ਼ਾ ਦੇ ਰਾਹੀਂ। ਤੇ ਅਗਲੇ ਤੱਤ ਹੋ ਗਏ ਭਾਸ਼ਾ ਤੇ ਵਾਰਤਾਲਾਪ। ਤੇ ਉਸ ਵਿੱਚ ਵਾਤਾਵਰਨ ਹੈ ਜਿਹੜਾ ਪਰਿਵੇਸ਼ ਦਿਖਾਇਆ ਗਿਆ ਸੀ, ਦੇਸ਼ ਕਾਲ ਦਿਖਾਇਆ ਗਿਆ ਸੀਗਾ ਪਿਛਲਾ ਜਿਹੜਾ ਉਹ ਅਗਲਾ ਤੱਤ ਉਸ ਨਾਲ ਸੰਬੰਧਿਤ ਹੈ ਵਾਤਾਵਰਨ। ਹੋਰ ਉਹ ਜਿਹੜਾ ਨਾਟਕ ਹੈ ਉਸ ਨੂੰ ਰੰਗਮੰਚ ਉੱਤੇ ਇੱਕ ਸਟੇਜ ਦੇਖ ਰਹੇ ਸੀ ਆਪਾਂ ਰੰਗਮੰਚ ਦੇ ਉੱਤੇ। ਤੇ ਅਗਲਾ ਜਿਹੜਾ ਤੱਤ ਹੈ ਉਹ ਹੈ ਰੰਗਮੰਚ। ਔਰ ਹਰ ਯਾਨੀ ਕਿ ਨਾਟਕਕਾਰ ਦਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ, ਉਹਦੀ ਆਪਣੀ ਇੱਕ ਸ਼ੈਲੀ ਹੁੰਦੀ ਹੈ। ਅਗਲੇ ਤੱਤ ਨੇ ਉਦੇਸ਼ ਤੇ ਸ਼ੈਲੀ। ਹੁਣ ਆਪਾਂ ਇੱਕ ਇੱਕ ਤੱਤ ਨੂੰ ਸਮਝਾਂਗੇ। ਸਭ ਤੋਂ ਪਹਿਲਾ ਤੱਤ ਹੈ ਉਹ ਹੈ ਪਲਾਟ ਜਾਂ ਗੋਂਦ। ਪਲਾਟ ਨਾਟਕ ਵਿੱਚ ਪੇਸ਼ ਕੀਤੀ ਜਾਣ ਵਾਲੀ ਕਹਾਣੀ ਨੂੰ ਤਰਤੀਬਵਾਰ ਪੇਸ਼ ਕਰਨਾ, ਉਸ ਨੂੰ ਪਲਾਟ ਕਹਿੰਦੇ ਹੈ। ਨਾਟਕ ਦੇ ਵਿੱਚ ਕਹਾਣੀ ਨੂੰ ਲੜੀਵਾਰ ਕੜੀ ਨਾਲ ਕੜੀ ਜੋੜਦੇ ਹੋਏ ਪੇਸ਼ ਕੀਤਾ ਜਾਂਦਾ ਹੈ। ਜਿਹੜਾ ਜ਼ਿਆਦਾ ਰੋਚਕ ਲੱਗਦਾ ਹੈ ਉਹ ਹੈ ਪਲਾਟ। ਦੂਜਾ ਤੱਤ ਹੈ ਪਾਤਰ ਤੇ ਪਾਤਰ ਉਸਾਰੀ। ਜਿੱਦਾਂ ਨਾਟਕ ਆਪਾਂ ਦੇਖਿਆ ਉਹਦੇ ਵਿੱਚ ਪਾਤਰ ਸਨ। ਨਾਟਕੀ ਰਚਨਾ ਪਾਤਰਾਂ ਰਾਹੀਂ ਰੰਗਮੰਚ ਉੱਪਰ ਆਪਣਾ ਸਾਕਾਰ ਰੂਪ ਧਾਰਨ ਕਰਦੀ ਹੈ। ਪਾਤਰਾਂ ਤੋਂ ਬਿਨਾਂ ਨਾਟਕੀ ਰਚਨਾ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਹੋਰ ਨਾਟਕ ਦੇ ਵਿੱਚ 8-10 ਤੱਕ ਪਾਤਰ ਹੋ ਸਕਦੇ ਨੇ। ਹੋਰ ਅਗਲਾ ਜਿਹੜਾ ਤੱਤ ਹੈ ਵਾਰਤਾਲਾਪ। ਪਾਤਰ ਹੈ ਆਪਸ 'ਚ ਵਾਰਤਾਲਾਪ ਕਰਨਗੇ ਔਰ ਨਾਟਕ ਅੱਗੇ ਤੁਰਦਾ ਜਾਵੇਗਾ। ਵਾਰਤਾਲਾਪ ਹੈ ਉਹ ਛੋਟੇ ਹੋਣੇ ਚਾਹੀਦੇ, ਰੋਚਕ ਹੋਣੇ ਚਾਹੀਦੇ ਹੈ, ਮੌਕੇ ਮੁਤਾਬਿਕ ਹੋਣੇ ਚਾਹੀਦੇ ਹੈ। ਹੋਰ ਦਿਲ ਖਿੱਚਵੇਂ ਹੋਣੇ ਚਾਹੀਦੇ ਹੈ ਜਿਹੜੇ ਕਿ ਦਰਸ਼ਕ ਨੂੰ ਟੁੰਬਣ।
अगला है भाषा। भाषा दे विच जिहड़ी भाषा है नाटककार दी, वो बड़ी सरल स्पष्ट सादगी भरपूर होवे, आसानी नाल ਸਰੋਤੇ ਨੂੰ दर्शक ਨੂੰ समझ आ सके। होर एक तत्त है वातावरण। वातावरण है जो नाटक विच पेश घटना वर्तमान काल समय दी है या भूतकाल दी है, किस समय दी घटना है, ये आपां नूं वातावरण तो पता लगेगा। पुरातन घटना है, नवीं घटना है, वातावरण भी उस दे अनुकूल होना चाहिए जे जाकि नाटक हो, ताकि नाटक ज़्यादा फबमा लगे। अगे है शैली। अगला तत्त साहित्य रचना के सारे तत्तां नूं तरतीब विच पेश करन दी कला नूं शैली आखदे ने, और साहित्यकार अपनी शैली राही अपनी पहचान बनाउंदा है, और हर साहित्यकार की शैली हुंदी है। इस शैली है बड़ी ढुकवीं होनी चाहिए है, जिहड़ी कि दर्शक नूं खिंच सके। और अगला तत्त है उद्देश्य। हर नाटककार का नाटक रचण पिछे कोई ना कोई उद्देश्य होंदा है, टीचा होंदा है। वो उस उद्देश्य या टीचे नूं मुख रख के नाटक रचदा है, ते नाटक है उद्देश्य के अनुकूल होना चाहिए, और हर नाटक का कोई ना कोई उद्देश्य होना चाहिए। बिना उद्देश्य तो कोई नाटक नहीं हो सकता। और अखीरला जिहड़ा है रंगमंच। नाटक रंगमंच के उत्ते पेश हो सके, इस विच अभिनय कला का गुण प्रदर्शित होंदा है। रंगमंच उत्ते आंदे, स्टेज के उत्ते नाटककार आंदे है, और जिहड़े अदाकार है अपनी अदाकारी दिखाते हैं, और अभिनय कला राही नाटक है वो यथार्थता ग्रहण करता है। तो ये जिहड़े तत्त सी, ये नाटक के तत्त सन। आपां जो पेपर 'च इस नूं लिखना बिल्कुल तरतीबवार, सब तो पहला नाटक का अर्थ ते परिभाषा लिखनी है। नाटक का अर्थ लिखना है बई किवें इसकी उत्पत्ति हुई। उस तो बाद दो आपां कोई भी परिभाषा है, इत्थे अरस्तू ते भरतमुनि दित्ती दी है। अगर होर भी कोई तुहानूं सौखी लगती है, दो परिभाषा याद कर लियां ते लिखतियां, अखीर दे विच निचोड़। होर फिर नाटक के तत्त, उन्हां दे उत्ते आपां हर तत्त दे उत्ते दो दो तीन तीन लाइनां लिख देनी है, और अखीर दे विच निचोड़ के रूप में आ गल लिखनी है। उपरोक्त तत्तां के आधार पर ही नाटककार एक सफल नाटक की सिरजना कर सकता है। साहित्य अते रंगमंची जुगतां के सुमेल कारण ही नाटक नूं दोहरी कला अते पंजवां वेद कहा जाता है। धन्यवाद।